ਆਧੁਨਿਕ ਪੰਜਾਬੀ ਕਵੀਆਂ ਬਾਰੇ ਪੜ੍ਹ ਰਹੀ ਸੀ। ਅੱਜ ਚੌਥੀ ਵੀਡੀਓ ਹੈ ਅਤੇ ਅੱਜ ਦਾ ਜੋ ਆਪਣਾ ਕਵੀ ਹੈ ਚਰਨ ਸਿੰਘ ਸ਼ਹੀਦ। ਚਰਨ ਸਿੰਘ ਸ਼ਹੀਦ ਜਿਨ੍ਹਾਂ ਦਾ ਜਨਮ ਸੰਨ 1891 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਹੋਇਆ। ਪਿਤਾ ਜੀ ਸੂਬਾ ਸਿੰਘ ਅਤੇ ਮਾਤਾ ਜੀ ਸ਼ਿਵ ਕੌਰ ਦੇ ਘਰ। ਆਪ ਨੇ ਕਵਿਤਾ, ਨਾਵਲ, ਵਾਰਤਕ, ਜੀਵਨੀ ਆਦਿ ਵਿਧਾਵਾਂ ਉੱਪਰ ਹੱਥ ਅਜਮਾਇਆ। ਆਪ ਉੱਪਰ ਭਾਈ ਵੀਰ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਦਾ ਕਾਫੀ ਪ੍ਰਭਾਵ ਪਿਆ। ਆਪ ਨੇ ਖਾਲਸਾ ਸਮਾਚਾਰ ਸੰਨ 1906 ਵਿੱਚ ਨੌਕਰੀ ਕੀਤੀ। ਖਾਲਸਾ ਸਮਾਚਾਰ ਵਿੱਚ ਆਪ ਨੇ 1911 ਵਿੱਚ ਸ਼ਹੀਦ ਨਾਂ ਦਾ ਅਖਬਾਰ ਕੱਢਿਆ। 1911 ਵਿੱਚ ਆਪ ਭਾਈ ਕਾਨ੍ਹ ਸਿੰਘ ਤੇ ਗਿਆਨੀ ਗਿਆਨ ਸਿੰਘ ਦੇ ਸੰਪਰਕ ਵਿੱਚ 1922 ਵਿੱਚ ਆਏ। ਇਸੇ ਸਾਲ ਆਪ ਨੇ ਜਥੇਦਾਰ ਸਪਤਾਹਿਕ ਨਾਂ ਦਾ ਪੱਤਰ ਵੀ ਕੱਢਿਆ। ਗੁਰੂ ਖਾਲਸਾ ਪ੍ਰੈਸ ਚਲਾਇਆ। ਆਪ ਨੇ 1923-24 ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਫ਼ਰੀ ਬੀੜ ਛਾਪੀ। ਸੰਨ 1926 ਵਿੱਚ ਆਪ ਨੇ ਮੋਜੀ ਹਫ਼ਤਾਵਾਰੀ ਪੱਤਰ ਜਾਰੀ ਕੀਤਾ ਅਤੇ ਸੰਨ 1926 ਵਿੱਚ ਹੰਸ ਮਾਸਿਕ ਪੱਤਰ ਕੱਢਿਆ। ਹੰਸ ਨਾਮ ਦਾ ਮਾਸਿਕ ਪੱਤਰ। ਆਪ ਨੂੰ ਆਧੁਨਿਕ ਪੰਜਾਬੀ ਕਾਵਿ ਦੀ ਹਾਸ ਰਸੀ ਕਾਵਿਧਾਰਾ ਦਾ ਮੋਢੀ ਕਿਹਾ ਜਾਂਦਾ ਹੈ। ਆਪ ਦਾ ਹਾਸ ਰਸ ਵਿਅੰਗ ਨਾਲ ਭਰਪੂਰ ਹੈ। ਉਸ ਦੀ ਹਾਸ ਰਸੀ ਕਵਿਤਾ ਅਜਿਹਾ ਨਸਤਰ ਹੈ ਜੋ ਸਮਾਜਿਕ ਬੁਰਾਈਆਂ ਨੂੰ ਚੀਰਦੀ ਹੋਈ ਵਹਿਮਾਂ ਭਰਮਾਂ ਅਤੇ ਕੁਰੀਤੀਆਂ ਦੇ ਜ਼ਖਮਾਂ ਨੂੰ ਨੰਗਾ ਕਰਕੇ ਮਾਨਵਤਾ ਨੂੰ ਇਸ ਦੇ ਇਲਾਜ ਲਈ ਪ੍ਰੇਰਦੀ ਹੈ। ਆਪ ਨੇ ਗੰਭੀਰ ਵਿਸ਼ਿਆਂ ਉੱਤੇ ਸ਼ਹੀਦ ਅਤੇ ਹਲਕੇ ਫੁਲਕੇ ਵਿਸ਼ਿਆਂ ਉੱਪਰ ਮਹਾਕਵੀ ਸੁਥਰਾ ਉਪਨਾਮ ਹੇਠ ਕਵਿਤਾ ਰਚੀ ਹਨ। ਯਾਨੀ ਕਿ ਆਪਣਾ ਨਾਮ ਉਹਨਾਂ ਨੇ ਸ਼ਹੀਦ ਵੀ ਵਰਤਿਆ ਹੈ ਅਤੇ ਸੁਥਰਾ ਵੀ। ਆਪ ਨੇ ਆਪਣੀਆਂ ਕਵਿਤਾਵਾਂ ਲਈ ਜ਼ਿਆਦਾਤਰ ਸੁਥਰਾ ਉਪਨਾਮ ਵਰਤਿਆ ਹੈ। ਕਵਿਤਾ ਤੋਂ ਇਲਾਵਾ ਆਪ ਨੇ ਕੁਝ ਪ੍ਰਮੁੱਖ ਨਾਵਲ ਵੀ ਹਨ, ਜਿਵੇਂ ਸ਼ਾਮ ਸੁੰਦਰ। ਰਣਜੀਤ ਸਿੰਘ ਦੇ ਚਾਤ੍ਰਿਕ ਦੀ ਰਹਿਨੁਮਾਈ ਹੇਠ ਇਹਨਾਂ ਨੇ ਇਹ ਲਿਖਿਆ ਸੀ। ਸ਼ਾਮ ਸੁੰਦਰ। ਦਲੇਰ ਕੌਰ ਜੋ 2 ਭਾਗਾਂ ਵਿੱਚ ਹੈ। ਚੰਚਲ ਮੂਰਤੀ, ਰਣਜੀਤ ਕੌਰ, 2 ਵਹੁਟੀਆਂ, ਇਹ ਇਹਨਾਂ ਦੇ ਨਾਵਲ ਹਨ। ਆਪ ਨੂੰ ਪਟਿਆਲਾ ਸਰਕਾਰ ਵੱਲੋਂ ਰਾਜ ਕਵੀ ਵਜੋਂ ਸਨਮਾਨ ਮਿਲਿਆ। ਆਪ ਦੇ ਕਈ ਵਿਅੰਗਾਤਮਕ ਲੇਖ ਬਾਬਾ ਵਰਿਆਮਾ ਨਾਂ ਅਧੀਨ ਲੰਮਾ ਸਮਾਂ ਅਖਬਾਰ ਵਿੱਚ ਛਪਦੇ ਰਹੇ। ਚਰਨ ਸਿੰਘ ਸ਼ਹੀਦ ਦੀ ਮ੍ਰਿਤਿੂ ਦੇਹਾਂਤ 24 ਅਗਸਤ 1935 ਈਸਵੀ ਵਿੱਚ ਹੋਈ। ਇਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਹਨ। ਚਰਨ ਸਿੰਘ ਸ਼ਹੀਦ ਦੀਆਂ ਪੁਸਤਕਾਂ ਸ਼੍ਰੀ ਪ੍ਰਤਾਪ ਉਦੇ 1919 ਵਿੱਚ ਛਪੀ, ਬਾਦਸ਼ਾਹੀ 1932 ਵਿੱਚ, ਅਰਸੀ ਕਿੰਗਰੇ 1935 ਵਿੱਚ ਛਪੀ, ਇਸ਼ਕ ਮੁਸ਼ਕ 1954 ਵਿੱਚ ਤੇ ਬੇਪਰਵਾਹੀਆਂ 1955 ਵਿੱਚ, ਸ਼ਹਿਨਸ਼ਾਹੀਆਂ, ਫੈਸ਼ਨਦਾਰ ਵਹੁਟੀ, ਦਿਲ ਦੇ ਪੁਆੜ, ਰਾਜਸੀ ਹੁਲਾਰੇ, ਢਲਕਦੇ ਅੱਥਰੂ, ਇਹ ਇਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਹਨ। ਬਾਦਸ਼ਾਹੀਆਂ 1932 ਵਿੱਚ ਜੋ ਛਪਿਆ ਸੀ ਕਾਵਿ ਸੰਗ੍ਰਹਿ, ਇਸ ਵਿੱਚ 101 ਕਵਿਤਾਵਾਂ ਦਰਜ ਹਨ। ਇਸ ਦਾ ਮੁਖਬੰਧ ਤੇਜਾ ਸਿੰਘ ਨੇ ਲਿਖਿਆ ਸੀ। ਇਸ ਦੀ ਜਾਣ ਪਛਾਣ ਧਨੀ ਰਾਮ ਚਾਤ੍ਰਿਕ ਅਤੇ ਚਰਨ ਸਿੰਘ ਸ਼ਹੀਦ ਨੇ ਆਪ ਲਿਖੀ। ਚਰਨ ਸਿੰਘ ਸ਼ਹੀਦ ਨੂੰ ਆਪਣੀ ਕਲਮ ਉੱਤੇ ਨਾਜ਼ ਸੀ। ਇਸ ਦਾ ਪਤਾ ਉਸ ਦੀ ਕਵਿਤਾ ਮੇਰੀ ਕਲਮ ਤੋਂ ਚੱਲਦਾ ਹੈ। ਘਰ ਦੀ ਮਲਿਕਾ ਦੀ ਜੁੱਤੀ ਨਾਮਕ ਕਵਿਤਾ ਵਿੱਚ ਮਰਦਾਂ ਤੇ ਔਰਤਾਂ ਪ੍ਰਤੀ ਘਟੀਆ ਵਿਵਹਾਰ ਨੂੰ ਪ੍ਰਸਤੁਤ ਕੀਤਾ ਗਿਆ ਹੈ। ਸਹੁਰੇ ਘਰ ਜੁਆਈ ਵਿੱਚ ਉਸ ਆਦਮੀ ਤੇ ਵਿਅੰਗ ਕੱਸਿਆ ਹੈ ਜੋ ਵਿਆਹ ਤੋਂ ਮਗਰੋਂ ਆਪਣੇ ਸਹੁਰੇ ਘਰ ਵਿੱਚ ਹੀ ਰਹਿ ਜਾਂਦਾ ਹੈ। ਅੱਗੇ ਹੈ ਇਸ਼ਕ ਮੁਸ਼ਕ। ਇਸ਼ਕ ਮੁਸ਼ਕ ਵਿੱਚ ਇਹ ਵੀ ਇੱਕ ਕਾਵਿ ਸੰਗ੍ਰਹਿ ਹੈ। ਇਸ ਵਿੱਚ 23 ਕਵਿਤਾਵਾਂ ਹਨ। ਆਫਟਰ ਆਲ ਨਾਮਕ ਕਵਿਤਾ ਵਿੱਚ ਹਾਸੇ ਮਜ਼ਾਕ ਨੂੰ ਪੇਸ਼ ਕਰਦੀ ਇੱਕ ਉੱਤਮ ਕਵਿਤਾ ਹੈ। ਬਣ ਗਏ ਨਾਮ ਦੀ ਕਵਿਤਾ, ਜਿੱਥੇ ਫਿਰਕਾ ਪ੍ਰਸਤੀ ਉੱਪਰ ਵਿਅੰਗ ਹੈ, ਉੱਥੇ ਘਰ ਗ੍ਰਸਤੀ ਦਾ ਬੋਝਾ ਸਹਾਰ ਰਹੇ ਪਤੀਆਂ ਦੀ ਦੁਰਦਸ਼ਾ ਉੱਤੇ ਵੀ ਵਿਅੰਗ ਹੈ। ਕਲਗੀਧਰ
ਇਸ ਪੁਸਤਕ ਵਿੱਚ ਰਾਜਾ ਫਤਿਹ ਚੰਦ ਅਤੇ ਉਸ ਦੀ ਰਾਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਬਚਪਨ ਵਿੱਚ ਪਏ ਵਿਛੋੜੇ ਦੀ ਬਿਹਵਲਤਾ ਅਤੇ ਰਾਜਾ ਸ਼ਿਵ ਦੱਤ ਦੀ ਅਰਜ਼ੋਈ ਉੱਤੇ ਲਿਖੀ ਇੱਕ ਲੰਮੀ ਕਵਿਤਾ ਹੈ ਜੋ ਧਾਰਮਿਕ ਰੰਗ ਵਾਲੀ ਸ਼ਰਧਾ, ਪ੍ਰੇਮ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਕਲਗੀਧਰ ਕੋਤਕ, ਇਹ ਇੱਕ ਲੰਮੀ ਕਵਿਤਾ ਹੈ। ਅੱਗੇ ਹੈ ਦਿਲ ਦੇ ਪੁਆੜੇ। ਦਿਲ ਦੇ ਪੁਆੜੇ ਇਸ ਕਾਵਿ ਸੰਗ੍ਰਹਿ ਵਿੱਚ 18 ਕਵਿਤਾਵਾਂ ਹਨ। ਇਸ ਵਿੱਚ ਕੁੱਲ ਕਵਿਤਾਵਾਂ ਸ਼ਹੀਦ ਦੀਆਂ ਆਪਣੀਆਂ ਲਿਖੀਆਂ ਹੋਈਆਂ ਹਨ ਅਤੇ ਕੁਝ ਹੋਰ ਸਮਕਾਲੀ ਲੇਖਕਾਂ ਜਿਵੇਂ ਸਰ ਦਲਜੀਤ ਸਿੰਘ, ਮੌਲਾ ਬਖਸ਼ ਕੁਸ਼ਤਾ, ਸ਼੍ਰੀਮਤੀ ਹਰਨਾਮ ਕੌਰ ਭਿਖਾਰੀ ਜੀ, ਧਨੀ ਰਾਮ ਚਾਤਰਿਕ, ਮਾਸਟਰ ਸੁੰਦਰ ਦਾਸ, ਸੋਹਣ ਸਿੰਘ ਸ਼ੀਤਲ ਦੀਆਂ ਲਿਖੀਆਂ ਹੋਈਆਂ ਹਨ। ਪਿਆਰੇ ਦਿਲ ਸੰਭਾਲ ਨਾਮਕ ਕਵਿਤਾ ਵਿੱਚ ਇੱਕ ਪਤੀ ਦੁਆਰਾ ਪਤਨੀ ਨੂੰ ਹੌਸਲਾ ਦਿੱਤਾ ਗਿਆ ਹੈ ਉਹ ਉਸ ਨੂੰ ਮਜ਼ਬੂਤ ਦਿਲ ਨਾਲ ਵਿਦਾ ਕਰੇ। ਇਹ ਇਸ ਕਵਿਤਾ ਵਿੱਚ ਕਿਹਾ ਗਿਆ ਹੈ ਕਿ ਉਹ ਉਸ ਨੂੰ ਮਜ਼ਬੂਤ ਦਿਲ ਨਾਲ ਵਿਦਾ ਕਰੇ। ਪੁਆੜਿਆਂ ਦੀ ਜੜ ਨਾਮਕ ਕਵਿਤਾ ਵਿੱਚ ਦਿਲ ਦੀਆਂ ਵਾਂਗਾਂ ਨੂੰ ਕਾਬੂ ਰੱਖਣ ਦਾ ਸੰਦੇਸ਼ ਹੈ। ਫੁੱਲਾਂ ਕੋਲੋਂ ਲੰਘਦਿਆਂ ਨਾਮਕ ਕਵਿਤਾ ਵਿੱਚ ਸੰਗ੍ਰਹਿ ਵਿੱਚ ਹਰਨਾਮ ਕੌਰ ਦੀ ਲਿਖੀ ਹੋਈ ਕਵਿਤਾ ਹੈ। ਫੁੱਲਾਂ ਕੋਲੋਂ ਲੰਘਦਿਆਂ, ਇਸ ਵਿੱਚ ਕਵਿੱਤਰੀ ਨੇ ਫੁੱਲਾਂ ਦੀ ਫੁੱਲਬਾਜ਼ੀ ਨੂੰ ਸੁਖਮਾਂ ਦੀ ਨਗਰੀ ਕਿਹਾ ਹੈ। ਇਸ ਰਾਹੀਂ ਸੇਧ ਦਿੱਤੀ ਗਈ ਹੈ ਕਿ ਉਹ ਇਸ ਨਗਰੀ ਕੋਲੋਂ ਆਰਾਮ ਨਾਲ ਫੁੱਲਾਂ ਨੂੰ ਮਾਣਦਾ ਤੱਕਦਾ ਹੋਇਆ ਲੰਘ ਜਾਵੇ। ਇਸ ਸੰਗ੍ਰਹਿ ਵਿੱਚ ਸੜ ਗਏ ਸਾਵੇਂ ਸਿਰਲੇਖ ਹੇਠ ਧਨੀ ਰਾਮ ਚਾਤਰਿਕ ਦੀ ਇੱਕ ਕਵਿਤਾ ਦਰਜ ਹੈ ਅਤੇ ਉਦਾਸ ਅਵਸਥਾ ਦਾ ਰਹੱਸ ਸਮਝਾਉਂਦੀ ਹੈ। ਮੇਰਾ ਦਿਲ ਦੀ ਪਰਿਭਾਸ਼ਾ ਅਭਿਵਿਅਕਤੀ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਵਿੱਚ ਆਖਰੀ ਜੋ ਪੁਸਤਕ ਹੈ ਫੈਸ਼ਨਦਾਰ ਵਹੁਟੀ, ਇਹ ਵੀ ਇੱਕ ਕਾਵਿ ਸੰਗ੍ਰਹਿ ਹੈ। ਮੋਜੀ ਅਖਬਾਰ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਇਸ ਦੀਆਂ ਕਵਿਤਾਵਾਂ ਹਨ ਜੋ ਮੋਜੀ ਅਖਬਾਰ ਵਿੱਚ ਪ੍ਰਕਾਸ਼ਿਤ ਹੋਈਆਂ। ਇਸ ਵਿਚਲੀਆਂ ਸਾਰੀਆਂ ਕਵਿਤਾਵਾਂ ਦੀ ਇੱਕੋ ਇੱਕ ਸਮੱਸਿਆ ਫੈਸ਼ਨਦਾਰ ਵਹੁਟੀ ਹੈ। ਇਸ ਵਿਚਲੀਆਂ ਕਵਿਤਾਵਾਂ ਫੈਸ਼ਨ ਦੀ ਗੁਲਾਮੀ ਤੋਂ ਬਚਣ ਬਾਰੇ ਹਿਦਾਇਤਾਂ ਦੇਣ ਵਾਲੀਆਂ ਹਨ। ਇਹਨਾਂ ਕਵਿਤਾਵਾਂ ਦੀ ਉਸ ਸਮੇਂ ਜ਼ਰੂਰਤ ਸੀ ਜਦੋਂ ਭਾਰਤ ਦੀਆਂ, ਵਿਸ਼ੇਸ਼ ਕਰਕੇ ਪੰਜਾਬ ਦੀਆਂ ਔਰਤਾਂ ਪੱਛਮੀ ਔਰਤਾਂ ਦੇ ਭੜਕੀਲਾਪਨ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਸੱਭਿਆਚਾਰਕ ਕੀਮਤਾਂ ਅਤੇ ਤਹਿਜ਼ੀਬ ਦੇ ਗੁਣਾਂ ਨੂੰ ਭੁੱਲ ਰਹੀਆਂ ਸਨ। ਸ਼ਹੀਦ ਨੇ ਮੋਜੀ ਅਖਬਾਰ ਸਿਰਲੇਖ ਹੇਠ ਲਿਖਾਰੀਆਂ ਕੋਲੋਂ ਇਸ ਵਿਸ਼ੇ ਨਾਲ ਸੰਬੰਧਿਤ ਕਵਿਤਾਵਾਂ ਦੀ ਮੰਗ ਕੀਤੀ। ਇਸ ਵਿੱਚ 44 ਕਵਿਤਾਵਾਂ ਹਨ। ਇਹਨਾਂ ਵਿੱਚ ਚਰਨ ਸਿੰਘ ਤੋਂ ਬਿਨਾਂ ਹੋਰ ਜਿਵੇਂ ਈਸਰ ਸਿੰਘ ਭਿਖਾਰੀ ਜੀ, ਮਨਸਾ ਸਿੰਘ ਦੁਖੀ, ਹਰਨਾਮ ਦਾਸ, ਹਰਨਾਮ ਕੌਰ ਲੁੱਗੜ ਜੀ ਆਦਿ ਦੀਆਂ ਕਵਿਤਾਵਾਂ ਵੀ ਸ਼ਾਮਿਲ ਹਨ। ਸਮੱਸਿਆ ਇਸ ਸੰਗ੍ਰਹਿ ਦੀ ਉੱਤਮ ਕਵਿਤਾ ਹੈ, ਯਾਨੀ ਕਿ ਉਹਨਾਂ ਨੇ ਆਪਣੀ ਮੋਜੀ ਅਖਬਾਰ ਵਿੱਚ ਲਿਖਣ ਵਾਸਤੇ, ਫੈਸ਼ਨ 'ਤੇ ਲਿਖਣ ਵਾਸਤੇ ਕਵਿਤਾਵਾਂ ਸਾਰਿਆਂ ਨੂੰ ਕਿਹਾ ਸੀ ਅਤੇ ਜੋ ਇਹਨਾਂ ਦੇ ਨਾਮ ਲਏ ਹਨ, ਜੋ ਰਾਈਟਰ ਹਨ, ਇਹਨਾਂ ਨੇ ਆਪਣੀ ਕਵਿਤਾਵਾਂ ਲਿਖ ਕੇ ਭੇਜੀਆਂ ਤਾਂ ਉਹਨਾਂ ਨੇ ਮੋਜੀ ਅਖਬਾਰ ਵਿੱਚ ਇਹਨਾਂ ਸਾਰਿਆਂ ਨੂੰ ਛਾਪਿਆ। ਇਸ ਦਾ ਮੁੱਖ ਵਿਸ਼ਾ ਫੈਸ਼ਨਦਾਰ ਵਹੁਟੀ ਸੀ। ਇਸ ਤਰ੍ਹਾਂ ਪੰਜਾਬੀ ਦੇ ਸਟੇਜੀ ਕਵਿਤਾ ਹਾਸ ਰਸੀ ਸਾਹਿਤ ਵਿੱਚ ਸ਼ਹੀਦ ਦਾ ਉਲੇਖਯੋਗ ਸਥਾਨ ਹੈ। ਚਰਨ ਸਿੰਘ ਸ਼ਹੀਦ ਨੇ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਕਵਿਤਾਵਾਂ ਲਿਖੀਆਂ। ਉਸਨੇ ਗੰਭੀਰਤਾ ਦੇ ਨਾਲ ਨਾਲ ਵਿਅੰਗ ਨੂੰ ਆਪਣੀਆਂ ਕਵਿਤਾਵਾਂ ਦਾ ਹਥਿਆਰ ਬਣਾਇਆ। ਇਹ ਸੀ ਬਈ ਚਰਨ ਸਿੰਘ ਸ਼ਹੀਦ ਦੇ ਕਾਵਿ ਸੰਗ੍ਰਹਿ ਅਤੇ ਉਹਨਾਂ ਦੀਆਂ ਕਵਿਤਾਵਾਂ ਦੇ ਕੁਝ ਵਿਸ਼ੇ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਵੀ ਜ਼ਰੂਰ ਕਰਨਾ।